ਅੱਜ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਨੂੰ ਲੈ ਕੇ ਇੱਕ ਕੇਸ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਵਾਸਤੇ ਆਇਆ। ਇਸ ਕੇਸ ਦੇ ਵਿੱਚ ਇਹ ਮੰਗ ਕੀਤੀ ਗਈ ਆ ਕਿ ਜੋ ਬਾਦਲ ਅਕਾਲੀ ਦਲ ਆ ਇਹ ਐਜ਼ ਏ ਪਾਰਟੀ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਨਹੀਂ ਲੜ ਸਕਦਾ, ਅਤੇ ਜਿਹੜਾ ਬਾਦਲ ਅਕਾਲੀ ਦਲ ਨੂੰ ਜੋ ਸਿੰਬਲ ਅਲਾਟ ਹੋਇਆ ਤੇ ਇਹਨੂੰ ਐਜ਼ ਏ ਪਾਰਟੀ ਰਿਲੀਜੀਅਸ ਪਾਰਟੀ ਰੈਕਗਨਾਈਜ਼ ਕੀਤਾ ਵੀ ਇਹ ਨੋਟੀਫਿਕੇਸ਼ਨ ਬਿਲਕੁਲ ਗਲਤ ਆ। ਉਸ ਨੋਟੀਫਿਕੇਸ਼ਨ ਨੂੰ ਚੈਲੰਜ ਕੀਤਾ ਸੀ। ਅੱਜ ਉਹ ਕੇਸ ਸੁਣਵਾਈ ਵਾਸਤੇ ਦਿੱਲੀ ਹਾਈ ਕੋਰਟ ਦੇ ਵਿੱਚ ਆਇਆ। ਤਾਂ ਦਿੱਲੀ ਹਾਈ ਕੋਰਟ ਨੇ 14 ਦਸੰਬਰ ਦੀ ਇਸ ਦੇ ਵਿੱਚ ਡੇਟ ਪਾਤੀ ਆ ਸੁਣਵਾਈ ਵਾਸਤੇ। ਇਹ ਕੇਸ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਜੋ ਰੂਲਸ ਨੇ ਉਹਨਾਂ ਦੇ ਮੁਤਾਬਕ ਇੱਕ ਸਿਰਫ ਰਿਲੀਜੀਅਸ ਪਾਰਟੀ ਹੀ ਇਲੈਕਸ਼ਨ ਲੜ ਸਕਦੀ ਹੈ, ਅਤੇ ਨਾਲੇ ਉਹ ਰਿਲੀਜੀਅਸ ਪਾਰਟੀ ਐਜ਼ ਏ ਸੁਸਾਇਟੀ ਰਜਿਸਟਰਡ ਹੋਵੇ। 2010 ਦੇ ਵਿੱਚ ਇਹ ਰੂਲ ਅਮੈਂਡ ਹੋਇਆ ਸੀ, ਇਹਦੇ ਵਿੱਚ ਇਹ ਸੀ, ਪਰ ਇਹ ਹੁਣ ਅਕਾਲੀ ਦਲ ਨੂੰ 2017 ਵਿੱਚ ਆ ਕੇ ਇਹ ਸਿੰਬਲ ਅਲਾਟ ਹੋਇਆ, ਔਰ ਇਹ ਸਿੰਬਲ ਅਲਾਟ ਹੋਇਆ ਇਸ ਬੇਸ 'ਤੇ ਕਿ 1999 ਵਿੱਚ ਵੀ ਇਹਨਾਂ ਨੂੰ ਸਿੰਬਲ ਅਲਾਟ ਹੋਇਆ ਅਤੇ ਪਾਰਟੀ ਰੈਕਗਨਾਈਜ਼ ਆ। ਹੁਣ ਇਹ ਜਦੋਂ 2017 ਦੀ ਨੋਟੀਫਿਕੇਸ਼ਨ ਨੂੰ ਇੱਥੇ ਚੈਲੰਜ ਕੀਤਾ, ਇਹ ਆਮ ਅਕਾਲੀ ਦਲ ਆ ਗੁਰਵਿੰਦਰ ਸਿੰਘ ਸੈਣੀ, ਉਹਨਾਂ ਨੇ ਪਟੀਸ਼ਨ ਪਾਈ ਆ, ਅਤੇ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਅਕਾਲੀ ਦਲ ਇੱਕ ਪੋਲੀਟੀਕਲ ਪਾਰਟੀ ਆ, ਅਕਾਲੀ ਦਲ ਰਿਲੀਜੀਅਸ ਪਾਰਟੀ ਨਹੀਂ ਹੈ। ਸੁਖਬੀਰ ਸਿੰਘ ਬਾਦਲ ਜਿਹੜੇ ਇਹ ਟਿਕਟਾਂ ਦੇ ਫਾਰਮ ਉਹ ਸਾਈਨ ਕਰਕੇ ਦਿੰਦਾ, ਅਤੇ ਉਹ ਇੱਕ ਰਿਲੀਜੀਅਸ ਪਾਰਟੀ ਦਾ ਹੈੱਡ ਨਹੀਂ ਹੈ, ਪੋਲੀਟੀਕਲ ਪਾਰਟੀ ਆ। ਅਤੇ ਜੋ ਕਾਨੂੰਨ ਦੇ ਮੁਤਾਬਕ ਜੋ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਆ ਉਹਦੇ ਵਿੱਚ ਸਿਰਫ ਅਤੇ ਸਿਰਫ ਇੱਕ ਰਿਲੀਜੀਅਸ ਮਤਲਬ ਕਿ ਧਾਰਮਿਕ ਪਾਰਟੀ ਹੀ ਹਿੱਸਾ ਲੈ ਸਕਦੀ ਆ, ਅਤੇ ਜੋ ਇਹ ਪੋਲੀਟੀਕਲ ਪਾਰਟੀਆਂ ਉਹ ਹਿੱਸਾ ਨਹੀਂ ਲੈ ਸਕਦੀਆਂ। ਦੇਖੋ, ਇਸ ਚੀਜ਼ ਲਈ ਅਸੀਂ ਬਹੁਤ ਦੇਰ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰਦੁਆਰਿਆਂ ਦੇ ਵਿੱਚੋਂ ਇਹ ਸਿਆਸਤ ਨੂੰ ਕੱਢੀਏ, ਇਹ ਜਿਹੜੀਆਂ ਸਿਆਸੀ ਪਾਰਟੀਆਂ ਇਹਨਾਂ ਨੂੰ ਗੁਰਦੁਆਰਿਆਂ 'ਚੋਂ ਕੱਢਿਆ ਜਾਵੇ, ਅਤੇ ਧਾਰਮਿਕ ਪਾਰਟੀਆਂ ਅਤੇ ਧਾਰਮਿਕ ਲੋਕ ਹੀ ਗੁਰਦੁਆਰਿਆਂ ਦੇ ਵਿੱਚ ਆਉਣ। ਇਹ ਜਿਹੜੀ ਜਦੋਂ ਕੇਸ ਅੱਜ ਸੁਣਵਾਈ ਦੇ ਵਿੱਚ ਆਇਆ ਅਤੇ ਜੱਜ ਸਾਹਿਬ ਨੇ ਇਹਦੀ ਅਰਜੈਂਸੀ ਸਮਝ ਕੇ ਔਰ ਇਹਨੂੰ 14 ਦਸੰਬਰ ਵਾਸਤੇ ਇਸ ਨੂੰ ਹੀਅਰਿੰਗ ਦੇ ਉੱਤੇ ਲਗਾ ਦਿੱਤਾ। ਹੁਣ ਇਹ ਜਿਹੜਾ ਕੇਸ ਹੈ ਸਾਰਾ ਇਹ ਹੈ ਕਿ ਕੀ ਅਕਾਲੀ ਦਲ ਇੱਕ ਧਾਰਮਿਕ ਪਾਰਟੀ ਆ ਜਾਂ ਕੀ ਅਕਾਲੀ ਦਲ ਇੱਕ ਪੋਲੀਟੀਕਲ ਪਾਰਟੀ ਆ। ਜੇ ਇਹ ਸਿੰਪਲੀ ਇੱਕ ਪੋਲੀਟੀਕਲ ਪਾਰਟੀ ਆ ਤਾਂ ਇਹ ਧਾਰਮਿਕ ਪਾਰਟੀ ਨਹੀਂ ਹੋ ਸਕਦੀ, ਅਤੇ ਇਹ ਐਜ਼ ਏ ਪਾਰਟੀ ਇਲੈਕਸ਼ਨ ਨਹੀਂ ਲੜ ਸਕਦੇ, ਅਤੇ ਜਿਹੜੀ ਇਹਨੂੰ ਰੈਕਗਨਾਈਜ਼ ਪਾਰਟੀ ਕੀਤਾ ਉਹ ਵੀ ਗਲਤ ਕੀਤਾ, ਅਤੇ ਜਿਹੜਾ ਇਹਨਾਂ ਨੇ ਇਲੈਕਸ਼ਨ ਵੀ ਦਾ ਸਿੰਬਲ ਵੀ ਅਲਾਟ ਹੋਇਆ ਉਹ ਵੀ ਗਲਤ ਹੋਇਆ। ਹੁਣ ਇਹ ਜਿਹੜੇ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਹੁੰਦੇ ਆ ਇਹ ਦਿੱਲੀ ਸਰਕਾਰ ਅਪੁਆਇੰਟ ਕਰਦੀ ਆ ਇੱਕ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ। ਉਹ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਕੋਈ ਇਲੈਕਸ਼ਨ ਕਮਿਸ਼ਨ ਵਾਂਗੂ ਕੋਈ ਇੰਡੀਪੈਂਡੈਂਟ ਅਫਸਰ ਨਹੀਂ ਹੁੰਦਾ। ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਦਿੱਲੀ ਸਰਕਾਰ ਦਾ ਇੱਕ ਅਫਸਰ ਹੁੰਦਾ ਜਿਸ ਨੂੰ ਇਹ ਇਲੈਕਸ਼ਨ ਕਰਾਉਣ ਦੀ ਪਾਵਰ ਦਿੱਤੀ ਜਾਂਦੀ ਹੈ, ਅਤੇ ਇਸ ਦੇ ਵਿੱਚ ਇਹ ਰਿਪਰੈਜ਼ੈਂਟੇਸ਼ਨ ਵੀ ਪਿੱਛੇ ਜੇ ਗਈ ਸੀ। ਇਹ ਗੁਰਵਿੰਦਰ ਸਿੰਘ ਸੈਣੀ ਮਿਨਿਸਟਰ ਨੂੰ ਵੀ ਮਿਲੇ ਸੀ, ਮਿਨਿਸਟਰ ਨੇ ਮੀਟਿੰਗ ਵੀ ਕਾਲ ਕੀਤੀ ਸੀ, ਔਰ ਮਿਨਿਸਟਰ ਨੇ ਉਹਨਾਂ ਨੇ ਕਿਹਾ ਵੀ ਸੀ ਕਿ ਇਹ ਜਿਹੜਾ ਇਹ ਕੀਤਾ ਗਲਤ ਕੀਤਾ ਵਾ, ਇਹ ਬਿਲਕੁਲ ਇਹਨੂੰ ਪਾਰਟੀ ਰੈਕਗਨਾਈਜ਼ ਨਹੀਂ ਹੋਣੀ ਚਾਹੀਦੀ। ਤਾਂ ਇਹਦੇ ਵਿੱਚ ਇੱਕ 2013 ਦੇ ਵਿੱਚ ਇੱਕ ਜੱਜਮੈਂਟ ਆਈ ਆ ਡਿਵੀਜ਼ਨ ਬੈਂਚ ਦੀ, ਦਿੱਲੀ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਦੀ ਜੱਜਮੈਂਟ ਆਈ ਆ, ਜਿਨ੍ਹਾਂ ਨੇ ਕਿਹਾ ਕਿ ਜੋ ਪੁਰਾਣੇ ਰੂਲ ਸੀ 1999 ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਅਕਾਲੀ ਦਲ ਨੂੰ ਸਿੰਬਲ ਅਲਾਟ ਕੀਤਾ ਉਹ ਬਿਲਕੁਲ ਗਲਤ ਕੀਤਾ, ਕਿਉਂਕਿ ਪੁਰਾਣੇ ਰੂਲ ਜਿਹੜੇ ਸੀਗੇ 2010 ਤੋਂ ਪਹਿਲਾਂ ਉਹਦੇ ਵਿੱਚ ਤਾਂ ਕੋਈ ਪਾਰਟੀ ਰੈਕਗਨਾਈਜ਼ ਕੀਤੀ ਜਾ ਹੀ ਨਹੀਂ ਸਕਦੀ, ਸਿਰਫ ਇੰਡੀਵਿਜੂਅਲ ਕੈਂਡੀਡੇਟ ਹੀ ਇਲੈਕਸ਼ਨ ਲੜ ਸਕਦੇ ਸੀ। 2010 ਦੇ ਵਿੱਚ ਇਹ ਆ ਕੇ ਕੀਤਾ ਕਿ ਜਿਹੜੀ ਪਾਰਟੀ ਰੈਕਗਨਾਈਜ਼ ਹੋ ਸਕਦੀ ਆ, ਪਰ ਜਿਹੜੀ ਪਾਰਟੀ ਰੈਕਗਨਾਈਜ਼ ਹੋ ਸਕਦੀ ਆ ਉਹ ਸਿਰਫ ਅਤੇ ਸਿਰਫ ਇੱਕ ਧਾਰਮਿਕ ਰਿਲੀਜੀਅਸ ਪਾਰਟੀ ਹੀ ਰੈਕਗਨਾਈਜ਼ ਹੋ ਸਕਦੀ ਹੈ। ਅਤੇ ਜਦੋਂ ਇਹਨਾਂ ਨੇ ਮੰਤਰੀ ਜੀ ਨੂੰ ਇਹ ਕਿਹਾ ਗੁਰਵਿੰਦਰ ਸਿੰਘ ਸੈਣੀ ਨੇ, ਅਤੇ ਮੰਤਰੀ ਨੇ ਉਹਨਾਂ ਨੂੰ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਨੂੰ ਕਿਹਾ ਕਿ ਤੁਸੀਂ ਇਸ ਪੁਆਇੰਟ ਨੂੰ ਐਗਜ਼ਾਮਨ ਕਰੋ। ਦੇਖੋ, ਇਹ ਜਿਹੜੀ ਆਲਰੇਡੀ 2013 ਦੀ ਡਿਵੀਜ਼ਨ ਬੈਂਚ ਦੀ ਜੱਜਮੈਂਟ, 2 ਜੱਜਾਂ ਦੀ ਜੋ ਦਿੱਲੀ ਹਾਈ ਕੋਰਟ ਦੀ ਜੱਜਮੈਂਟ ਪਈ ਆ, ਉਹਦੇ ਮੁਤਾਬਕ 1999 ਦੀ ਜੋ ਨੋਟੀਫਿਕੇਸ਼ਨ ਸੀ ਇਹਨਾਂ ਨੂੰ ਸਿੰਬਲ ਅਲਾਟ ਹੋਇਆ ਬਿਲਕੁਲ ਗਲਤ ਅਲਾਟ ਹੋਇਆ। ਉਹ ਜੱਜਮੈਂਟ 'ਚ ਸਾਫ਼ ਇਹ ਗੱਲ ਕਹਿ ਦਿੱਤੀ ਕਿ ਗਲਤ ਹੋਇਆ, ਪਰ ਉਹਨਾਂ ਨੇ ਕਿਹਾ ਸੀ ਨੋਟੀਫਿਕੇਸ਼ਨ ਨੂੰ ਕੁਐਸ਼ ਨਹੀਂ ਕਰਦੇ ਕਿਉਂਕਿ ਨੋਟੀਫਿਕੇਸ਼ਨ ਨੂੰ ਚੈਲੰਜ ਨਹੀਂ ਕੀਤਾ। ਹੋਰ ਪਟੀਸ਼ਨ ਜਿਹ 'ਚ ਨੋਟੀਫਿਕੇਸ਼ਨ ਨੂੰ ਚੈਲੰਜ ਕੀਤਾ ਜਾਏਗਾ ਉਹਦੇ 'ਚ ਫੈਸਲਾ ਲਿਆ ਜਾਏਗਾ, ਅਤੇ ਉਹਦੇ ਮੁਤਾਬਕ ਇਹ ਸਾਫ਼ ਜ਼ਾਹਰ ਆ ਕਿ ਜਿਹੜਾ ਇਹ ਸਿੰਬਲ ਇਹਨਾਂ ਨੂੰ 1999 'ਚ ਅਲਾਟ ਹੋਇਆ ਉਹ ਵੀ ਗਲਤ ਹੋਇਆ,
ਉਹਦੇ ਬੇਸ ਤੇ ਜਿਹੜਾ 2017 'ਚ ਹੋਇਆ ਉਹ ਵੀ ਗਲਤ ਹੋਇਆ। ਹੁਣ ਆਪਾਂ ਸਾਰੇ ਮਿਲ ਕੇ ਦਿੱਲੀ ਸਰਕਾਰ ਨੂੰ ਵੀ ਇਹ ਬੇਨਤੀ ਕਰੀਏ ਕਿ ਦਿੱਲੀ ਸਰਕਾਰ ਵੀ ਪਹਿਲਾਂ ਤਾਂ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਨੂੰ ਹੀ ਕਹੇ ਕਿ ਇਹਦੇ ਤੇ ਤੂੰ ਫੈਸਲਾ ਕਰ, ਜਿਹੜਾ ਡਿਵੀਜ਼ਨ ਬੈਂਚ ਦਾ ਫੈਸਲਾ 2013 ਦਾ ਉਹਨੂੰ ਲਾਗੂ ਕੀਤਾ ਜਾਵੇ। ਤੇ ਜੇਕਰ ਇਹ ਸੋਚਦੇ ਆ ਦਿੱਲੀ ਸਰਕਾਰ ਕਿ ਆਪਣੇ ਆਪ ਉਹ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਨਹੀਂ ਕਰ ਸਕਦਾ, ਤਾਂ ਫਿਰ ਇਹ ਕੋਰਟ ਦੇ ਵਿੱਚ ਉਸ ਚੀਜ਼ ਨੂੰ ਪੂਰੀ ਸਪੋਰਟ ਕਰੇ, ਕਿਉਂਕਿ ਜਿਹੜਾ 2013 ਦਾ ਡਿਵੀਜ਼ਨ ਬੈਂਚ ਦਾ ਜੱਜਮੈਂਟ ਹੈ ਬੜੀ ਕਲੀਅਰ ਆ। ਤੇ ਨਾਲੇ ਇਹ ਦਿੱਲੀ ਸਰਕਾਰ ਦਾ ਵੀ ਫਰਜ਼ ਬਣ ਜਾਂਦਾ ਕਿ ਇਹਨਾਂ ਦਾ ਆਪਣਾ ਕਾਨੂੰਨ ਕਹਿ ਰਿਹਾ ਕਿ ਸਿਰਫ ਧਾਰਮਿਕ ਪਾਰਟੀ ਇਲੈਕਸ਼ਨ ਲੜ ਸਕਦੀ ਆ, ਤਾਂ ਦਿੱਲੀ ਸਰਕਾਰ ਦਾ ਵੀ ਇਹ ਫਰਜ਼ ਬਣ ਜਾਂਦਾ ਕਿ ਸਿਰਫ ਧਾਰਮਿਕ ਪਾਰਟੀਆਂ ਹੀ ਲੜਨ, ਇਹ ਜੋ ਪੋਲੀਟੀਕਲ ਪਾਰਟੀਆਂ ਉਹ ਇਲੈਕਸ਼ਨ ਨਾਲ ਲੜਨ। ਇਸ ਦਾ ਆਪਾਂ ਦਿੱਲੀ ਸਰਕਾਰ ਨੂੰ ਵੀ ਸਾਰੇ ਰਲ ਮਿਲ ਕੇ ਇਹਦੀ ਬੇਨਤੀ ਕਰੀਏ ਤੇ ਇਹ 'ਤੇ ਜ਼ੋਰ ਪਾਈਏ। ਹੁਣ ਮੈਨੂੰ ਪੂਰੀ ਉਮੀਦ ਆ ਕਿ 14 ਦਸੰਬਰ ਨੂੰ ਇਹ ਫੈਸਲਾ ਆਊਗਾ, ਔਰ ਜੋ 14 ਦਸੰਬਰ ਨੂੰ ਇਹ ਕੇਸ ਅਸੀਂ ਜਿੱਤਾਂਗੇ, ਕਿਉਂਕਿ ਇਹ ਜੋ ਸਿੰਬਲ ਇਹਨਾਂ ਨੂੰ ਅਲਾਟ ਹੋਇਆ ਬਿਲਕੁਲ ਗਲਤ ਹੋਇਆ। ਤੇ ਇਹ ਜੋ ਬਾਦਲ ਅਕਾਲੀ ਦਲ ਆ ਦਿੱਲੀ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਤੋਂ ਬਾਹਰ ਹੋਏਗਾ। ਕੈਂਡੀਡੇਟ ਆਪਣੇ ਇੰਡੀਵਿਜੂਅਲ ਇਲੈਕਸ਼ਨ ਲੜ ਸਕਦੇ ਆ, ਪਰ ਬਾਦਲ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਜੋ ਇਹਨਾਂ ਨੂੰ ਐਜ਼ ਏ ਪਾਰਟੀ ਰੈਕਗਨਾਈਜ਼ ਕੀਤਾ ਉਹ ਵੀ ਗਲਤ ਕੀਤਾ, ਤੇ ਜੋ ਇਹਨਾਂ ਨੂੰ ਸਿੰਬਲ ਅਲਾਟ ਹੋਇਆ ਜਿਹੜਾ ਬਾਲਟੀ ਦਾ ਉਹ ਵੀ ਗਲਤ ਹੋਇਆ। ਤੇ ਹੁਣ 14 ਦਸੰਬਰ ਨੂੰ ਇਹਦੇ ਤੇ ਬਹਿਸ ਕਰਾਂਗੇ ਤੇ ਮੈਨੂੰ ਪੂਰੀ ਉਮੀਦ ਆ ਕਿ ਅਸੀਂ ਇਹਦੇ ਤੇ ਇਹ ਸਾਨੂੰ ਵਾਹਿਗੁਰੂ ਦੀ ਮਿਹਰ ਨਾਲ ਸਾਨੂੰ ਇਹਦੇ ਵਿੱਚ ਸਫਲਤਾ ਮਿਲੇਗੀ। ਤੇ ਅਸੀਂ ਇੱਕ ਬਹੁਤ ਵੱਡਾ ਕਦਮ ਜਿਹੜਾ ਕਿ ਅਸੀਂ ਆਪਣੇ ਗੁਰਦੁਆਰਿਆਂ ਨੂੰ, ਗੁਰਦੁਆਰਾ ਕਮੇਟੀਆਂ ਨੂੰ, ਇਹ ਜੋ ਸਿਆਸੀ ਲੋਕ ਨੇ, ਸਿਆਸੀ ਪਾਰਟੀਆਂ ਦੇ ਚੁੰਗਲ 'ਚੋਂ, ਔਰ ਖਾਸ ਕਰਕੇ ਇਹ ਬਾਦਲ ਵਰਗੇ ਜੋ ਸਿਆਸੀ ਪਾਰਟੀਆਂ, ਇਹਨਾਂ ਦੇ ਚੁੰਗਲ 'ਚੋਂ ਅਸੀਂ ਛਡਾਉਣ ਦੇ ਵਿੱਚ ਕਾਮਯਾਬ ਹੋਵਾਂਗੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।